सत श्री अकाल सारे दर्शकों का स्वागत है। तुसी सारे देख रहे हो पंजाब अपडेट ते मैं तवलीन कौर। बुलेटिन की शुरुआत तो पहला एक नज़र अहम सुर्खियां दे वल। अमृतसर दे विच होई गोलीबारी अते एक नौजवान जख्मी। आवारा कुत्तियां दे मामले च हुण सुप्रीम कोर्ट दे वल्लों आदेश जारी। सीएम भगवंत मान दे वल्लों किसानां दे नाल अपने विचार साझे किए गए। पंजाब पुलिस नूं हुण भूषण कुमार नूं अरेस्ट करन दे हुक्म जारी। हुण खबरां विस्तार दे नाल। बीते दिन समराला तो एक मामला सामने आया सी जिथे गोली मारी जाती है। हुण एक वार फेर तो गोलीबारी जिहड़ी है पंजाब दे विच देखण नूं मिल रही है, जिस तो बाद लोकां दे विच डर दा माहौल देखण नूं मिल रहा है। एक गोलीबारी इस वार हुण अमृतसर दे विखे हुंदी है, जिथे एक नौजवान दुकान दे विच काम कर रहा हुंदा है, जिस दौरान उसनूं दो जगह ते गोली वज जाती है। जिहड़ी जानकारी फिलहाल तक सामने आई है उस मुताबिक दस्सिया जा रहा है कि उस नौजवान दे शरीर दे दो हिस्सियां ते गोली जिहड़ी है लगदी है ते 3 वार जिहड़ी गोलियां ने चलाईयां जांदियां ने। इस पूरे मामले की जानकारी उस दुकानदार दे वल्लों भी सांझी की जाती है जिथे वो नौजवान काम करता है। नौजवान की जे गल की जाए तो पहचान वजों फिलहाल तक दस्सिया जा रहा है कि उसका नाम साहिल है, वो दुकान पर काम कर रहा था जिस समय गोलीबारी होंदी है तो उसनूं 2 गोलियां लगदियां ने, जिस तो बाद वो जख्मी हो जाता है। ते मौके ते पुलिस भी उत्थे पहुंचती है, उन्हां दे वल्लों मामले की जांच की जाती है ते दुकानदार अते पुलिस मुलाजम दे वल्लों इस पूरे मामले की जानकारी भी सांझी की जाती है। बाहरों 2 नंगे मूँह के नौजवान सी उन्होंने फायर किए ते उन्होंने फर्स्ट एड दे के भेजा गया अस्पताल ते बाकी जांच कर रहे हैं। जांच मुताबिक जो गल है मोटरसाइकिल ते आए किन्ने बंदे ने 2 जो ते किन्नियां गोलियां फायर होई 3 होए ने, 3 ਜਿਹੜੇ ਕੋਲੋਂ ਮਿਲ ਗਏ ਨੇ ਤੇ ਬਾਕੀ ਜਾਂਚ ਦਾ की थोड़ा पता लगा कि ਕੁਝ ਨਹੀਂ ਹਲੇ। ਦੇਖੋ ਨਾ ਤਾਂ ਦੁਕਾਨਦਾਰ ਨੂੰ ਕੋਈ ਇਹੋ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਲੇ ਤੱਕ ਕੋਈ ਗੱਲ। ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਕਰਦੇ। ਤੇ ਜਿਹੜਾ ਨੌਜਵਾਨ ਦੇ ਗੋਲੀਆਂ ਲੱਗੀਆਂ ਉਹਦੀ ਹਾਲਾਤ ਕਿਦਾਂ? ਠੀਕ ਹੈ, ਹਾਲਾਤ ਫਿਲਹਾਲ ਠੀਕ ਹੈ। ਕਿਹੜੇ ਹਸਪਤਾਲ ਦਾ? ਆਂਦੇ ਨਾ ਇਹ ਤੇ ਬਹੁਤ ਦੇਖੋ ਮੰਦਭਾਗੀ ਘਟਨਾ ਹੋਈ ਆ। ਇੱਕ ਨੌਜਵਾਨ ਲੜਕਾ ਸੀ, ਅੰਦਰ ਹੋਰ ਵੀ 4-5 ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ 2 ਗੋਲੀਆਂ ਲੱਗੀਆਂ। ਇੱਕ ਉਹਦੀ ਗਰਦਨ ਤੇ ਆ, ਇੱਕ ਉਹਦੇ ਸਟੋਮਚ ਦੇ ਥੱਲੇ ਪਾਰਟ ਸੇ। ਕਿੰਨੇ ਬੰਦੇ ਆਏ ਗੁਜਰਨ ਨੂੰ ਕੋਈ ਕਿੰਨੇ? ਐਕਚੁਅਲੀ ਮੈਂ ਨਾ ਉਦੋਂ ਜਦੋਂ ਮੈਨੂੰ ਕੋਲ ਆਈ ਮੈਂ ਉਸੇ ਲਈ ਇਮੀਡੀਏਟਲੀ ਪਹੁੰਚ ਗਿਆ ਨਾ। ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਹੈਗੇ, ਪਰ ਚੱਕਰ ਹੈ ਜੋ ਵੀ ਸਾਡੇ ਪਿੰਡ ਦੇ ਵਿੱਚ ਘਟਨਾ ਹੀ ਅੱਜ ਤੱਕ ਅੱਤਵਾਦ ਤੋਂ ਬਾਅਦ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ। ਇਹ ਫਸਟ ਚਾਂਸ ਹੋਇਆ ਸਾਡੇ ਪਿੰਡ। ਮੁੰਡੇ ਦੇ ਹਾਲਾਤ ਕਿਦਾਂ ਨੇ? ਠੀਕ ਆ ਮੁੰਡਾ ਵੈਸੇ ਫੋਨ ਤੇ ਗੱਲ ਹੋਈ ਉਹਦੀ ਮਦਰ ਨਾਲ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ। ਬਾਕੀ ਵੇਖੋ ਹੁਣ ਗੁਰੂ ਮਹਾਰਾਜ ਉਹਨੂੰ ਤੰਦਰੁਸਤੀ ਦੇਵੇ। ਹਾਂਜੀ ਗੋਲੀਆਂ ਕਿੱਥੇ ਵੱਜੀਆਂ? ਗੋਲੀਆਂ ਉਹਦੇ ਇੱਕ ਗਰਦਨ ਤੇ ਆ, ਇੱਕ ਉਹਦੇ ਆ ਪੇਟ ਤੇ ਆ। ਮੁੰਡੇ ਦਾ ਕੀ ਨਾਮ ਹੈ ਜੀ? ਮੁੰਡੇ ਦਾ ਨਾਂ ਕਵਲਜੀਤ ਸਿੰਘ ਜੀ। ਕਿੰਨੀਆਂ ਕੁ ਗੋਲੀਆਂ ਚਲਾਈਆਂ ਉਹਨਾਂ ਨੇ? 4 ਫਾਇਰ ਹੋਏ ਜੀ ਟੋਟਲ। ਮੂੰਹ ਵਾਲੇ ਟੇਕ ਵਜੋਂ ਆਏ ਹੋ? ਇਹ ਨਹੀਂ ਜੀ ਐਕਚੁਅਲੀ ਮੈਨੂੰ ਪਤਾ। ਕੀ ਮੰਗ ਕਰਦੇ? ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ। ਜਿਨ੍ਹਾਂ ਨੇ ਵੀ ਦੋਸ਼ੀਆਂ ਨੇ ਇਹ ਕੰਮ ਕੀਤਾ ਉਹਨਾਂ ਸਖਤ ਤੋਂ ਸਜ਼ਾ ਮਿਲੇ। ਬਾਕੀ ਪੁਲਿਸ ਪਾਰਟੀ ਦਾ ਵੀ ਧੰਨਵਾਦ ਕਰਦੇ ਆ। ਪੁਲਿਸ ਪਾਰਟੀ ਉਸੇ ਲਈ ਇਮੀਡੀਏਟਲੀ ਜਦੋਂ ਮੈਂ ਕਾਲ ਕੀਤੀ ਉਸੇ ਲਈ ਇੱਥੇ ਆ ਗਏ। ਇਹ ਗੱਲ ਤੇ ਕੁਝ ਨਹੀਂ ਸਾਨੂੰ ਪਤਾ ਨਹੀਂ। ਤੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ। ਮੈਂ ਪਿੱਛੇ ਹਾਂ, ਮੈਂ ਫਟਾਫਟ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮਤਲਬ ਮੈਂ ਤਾਂ ਪਿਸਤੌਲ ਹੱਥ 'ਚ ਦੇਖਿਆ, ਕਲੀਨ ਸ਼ੇਪ ਮੁੰਡਾ ਸੀ ਕਾਲੇ ਰੰਗ ਦਾ, ਤੇ ਉਹ ਗੋਲੀਆਂ ਚਲਾ ਕੇ ਫਟਾਫਟ ਚਲ ਗਏ। ਅੰਦਰ ਜਿਹੜੇ ਅੱਗੇ ਬੱਚੇ ਬੈਠੇ ਸੀ ਉਹ ਭੱਜੇ ਪਿੱਛੇ ਨੂੰ ਆਏ। ਮੈਂ ਤਾਂ ਪਹਿਲੋਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ। ਮੈਂ ਪਟਾਕੇ ਚੱਲੇ ਆ, ਮੈਂ ਵੇਖਣ ਆਇਆ ਤੇ ਉਹਦੇ ਵੀ ਗੋਲੀ ਲੱਗੀ, ਮੁੰਡੇ ਨੂੰ ਗੋਲੀ ਲੱਗੀ। ਸਾਡੇ ਮੁੰਡੇ ਤੇ 2 ਗੋਲੀਆਂ ਲੱਗੀਆਂ, ਇੱਕ ਮੁੰਡੇ ਲੱਗੀ, ਇੱਕ ਤੇ ਅੱਖੀ 'ਚ ਲੱਗੀ। ਪਤਾ ਨਹੀਂ ਬਾਹਰ ਅਸੀਂ ਬਾਹਰ ਆਏ ਅੰਦਰ ਧਿਆਨ ਦਵਾਈਆਂ ਲਈ ਪੇਸ਼ੈਂਟ ਬੈਠੇ ਸਾਡੇ ਕੋਲ 3-4 ਜਣੇ ਦਵਾਈ ਲੈਣ ਦੇ। ਇੱਕੋ ਜਣਾ ਵੇਖਿਆ ਜਿਹੜਾ ਚਲਾਉਣ ਡਿਆ ਸਾਹਮਣੇ ਪਿਸਤੌਲ ਫੜਿਆ ਉਹਨੇ, ਸਾਹਮਣੇ ਦੁਕਾਨ ਤੋਂ ਮਤਲਬ ਗੋਲੀ ਚਲਾਈ ਉਹਨੇ। ਹਥਿਆਰ ਤੇ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ। ਪਹਿਲੋਂ ਕਹਿੰਦੇ ਪਹਿਲੋਂ ਹੀ ਚੱਲੀਏ, ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਹਨੀ ਚਿਰ ਨੂੰ ਨਾ ਕੋਈ ਰੰਜਿਸ਼ ਨਹੀਂ ਜੀ, ਕਿਸੇ ਨਾਲ ਰੰਜਿਸ਼ ਕੋਈ ਨਹੀਂ, ਕੋਈ ਗੱਲ ਹੀ ਨਹੀਂ, ਕੋਈ ਫਰੌਤੀ ਨਹੀਂ, ਕੋਈ ਗੱਲ ਹੀ ਨਹੀਂ। ਸਾਨੂੰ ਤਾਂ ਆਪ ਨਹੀਂ ਪਤਾ ਲੱਗਾ ਵੀ ਅਸੀਂ ਤਾਂ ਆਪਣੇ ਧਿਆਨ ਦਵਾਈ ਦੇਣ ਨੇ, ਕੋਈ ਗੱਲ ਹੀ ਨਹੀਂ। ਹੁਣ ਮੁੰਡੇ ਦੀ ਹਾਲਾਤ ਕਿਦਾਂ? ਹਾਲਾਤ ਹੁਣ ਉੱਥੇ ਉੱਠੀਆਂ ਵਾ। ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉੱਥੇ ਐਮਰਜੈਂਸੀ 'ਚ। ਉਹਨਾਂ ਬਿਆਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ। सुप्रीम कोर्ट दे विच आवारा कुत्तियां नूं लैके केस चल रहा सी ते हुण इस आवारा कुत्तियां दे मामले नूं लैके सुप्रीम कोर्ट दे वल्लों सख्ताई जिहड़ी है दिखाई जा रही है। हुण सुप्रीम कोर्ट दे वल्लों आदेश जिहड़े ने वो जारी कर दिते गए ने, जिस विच हुण सुप्रीम कोर्ट दे वल्लों पंजाब समेत कई मुख सख्तां नूं हुण पेश होण दे जिहड़े आदेश ने वो जारी कर दिते गए ने ते हुण सुप्रीम कोर्ट दे वल्लों सूबा सरकार नूं
ਝਾੜ ਵੀ ਪਾਈ ਗਈ। ਇਸ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਅਤੇ 3 ਨਵੰਬਰ ਨੂੰ ਹੁਣ ਸੁਪਰੀਮ ਕੋਰਟ ਦੇ ਵੱਲੋਂ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਦੇ ਜਿਹੜੇ ਆਦੇਸ਼ ਨੇ ਉਹ ਨਿੱਜੀ ਹੁਕਮ ਨੇ ਉਹ ਦਿੱਤੇ ਗਏ ਨੇ। ਤੇ ਇਸ ਦੇ ਨਾਲ ਜੇ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ 28 ਜੁਲਾਈ ਤੋਂ ਮਾਮਲੇ ਦੀ ਸੁਣਵਾਈ ਜਿਹੜੀ ਆ ਉਹ ਚੱਲ ਰਹੀ ਹੈ, ਪਰ ਹੁਣ ਤੱਕ ਕੋਈ ਵੀ ਡਾਟਾ ਇਸ ਕੇਸ ਨੂੰ ਲੈ ਕੇ ਸਾਹਮਣੇ ਨਹੀਂ ਆਇਆ। ਤੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਸਖਤਾਈ ਜਿਹੜੀ ਹੈ ਇਸ ਕੇਸ ਨੂੰ ਲੈ ਕੇ ਦਿਖਾਈ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ, ਜਿਸ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਹੁਣ ਪੇਸ਼ ਹੋਣ ਦੇ ਜਿਹੜੇ ਆਦੇਸ਼ ਨੇ ਉਹ ਦੇ ਦਿੱਤੇ ਗਏ ਨੇ। ਬੱਚੀ ਨੂੰ ਗਲਤ ਬੋਲਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਹੁਣ ਸੁੱਤਾ ਜਿਹੜਾ ਸੀ ਉਹ ਫਸਿਆ ਗਿਆ ਤੇ ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਹੁਣ ਭੂਸ਼ਣ ਕੁਮਾਰ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ। ਤੇ ਇਸ ਦੇ ਨਾਲ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਨਵੈਸਟੀਗੇਸ਼ਨ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਭੂਸ਼ਣ ਕੁਮਾਰ ਨੂੰ ਜਲਦ ਤੋਂ ਜਲਦ ਅਰੈਸਟ ਕਰਨ ਦੇ ਜਿਹੜੇ ਹੁਕਮ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ। ਅਤੇ ਜਾਣਕਾਰੀ ਸਾਂਝੀ ਕਰਦੇ ਹੋਇਆ ਉਹਨਾਂ ਵੱਲੋਂ ਪੁਲਿਸ ਅਵੇਅਰਨੈਸ ਕੈਂਪ ਦੀ ਗੱਲਬਾਤ ਵੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਸਾਂਝੀ ਕੀਤੀ ਗਈ। ਅੱਜ ਕਮਿਸ਼ਨ ਜਲੰਧਰ ਪੁਲਿਸ ਰੂਰਲ ਦੇ ਆਫਿਸ 'ਚ ਆਇਆ ਸੀਗਾ, ਐਸਐਸਪੀ ਆਫਿਸ ਵਿੱਚ, ਜਿਹੜੀ ਕਿ ਪਿਛਲੇ ਮਹੀਨੇ ਫਿਲੌਰ ਵਿੱਚ ਜਿਹੜੀ ਬੱਚਿਆਂ ਦੇ ਉੱਪਰ ਕੁਝ ਤਸ਼ੱਦਦ ਹੋਇਆ ਸੀਗਾ ਔਰ ਉਹਨਾਂ ਦੀ ਐਫਆਈਆਰ ਨਹੀਂ ਰਜਿਸਟਰ ਕੀਤੀ ਗਈਆਂ ਸੀ ਔਰ ਪੁਲਿਸ ਨੇ ਜਿਸ ਤਰੀਕੇ ਨਾਲ ਮਿਸਬਿਹੇਵ ਕੀਤਾ ਸੀ ਉੱਥੇ ਦੇ ਮੌਜੂਦਾ ਐਸਐਚਓ ਨੇ, ਉਸ ਦਾ ਰਿਵਿਊ ਲੈਣ ਆਈਆਂ ਸੀ ਜਿਹੜੇ ਉੱਥੇ ਐਫਆਈਆਰ ਹੋਈਆਂ, ਜਿਹੜੇ ਕੇਸ ਰਜਿਸਟਰ ਹੋਏ ਔਰ ਕਿਸ ਤਰੀਕੇ ਨਾਲ ਉਹ ਅੱਗੇ ਚੱਲ ਰਹੇ ਨੇ। ਜਿਹੜਾ ਕਲਪਰੇਟ ਹੈ ਉਹਨੂੰ ਅਰੈਸਟ ਕੀਤਾ ਨਹੀਂ ਕੀਤਾ ਔਰ ਕਿਹੜੀ ਧਾਰਾਵਾਂ ਲੱਗੀਆਂ ਉਹਨੂੰ ਅਸੀਂ ਅੱਜ ਰਿਵਿਊ ਕਰਨ ਆਏ ਸੀਗੇ ਔਰ ਇਸ ਰਿਵਿਊ ਵਿੱਚ ਕਈ ਕੁਝ ਨਿਕਲ ਕੇ ਆਇਆ ਜਿਹੜਾ ਕਿ ਅਸੀਂ ਫਰਦਰ ਹੋਰ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀਆਂ ਵੀ ਕਮੀ ਪੇਸ਼ੀਆਂ ਸੀਗੀਆਂ ਉਹ ਅਸੀਂ ਜਿਹੜੀਆਂ ਉਹ ਉਹਨਾਂ ਨੂੰ ਸੀਲ ਆਫ ਕਰਾਂਗੇ। ਸਰ ਕੀ ਅੱਜ ਜਦੋਂ ਤੁਸੀਂ ਆਏ ਹੋ ਤੇ ਇਨਵੈਸਟੀਗੇਟ ਕੀਤਾ ਹੈਗਾ, ਨਿਕਲ ਕੇ ਕਿਹੜੀਆਂ ਚੀਜ਼ਾਂ ਸਾਹਮਣੇ ਆਈਆਂ? ਦੇਖੋ, ਇਨਵੈਸਟੀਗੇਸ਼ਨ 'ਚ ਇਹ ਨਿਕਲ ਗਿਆ ਹੈ ਕਿ ਜਿਹੜੀਆਂ ਇਹਨਾਂ ਨੇ ਫਿਲਹਾਲ ਤਾਂ ਇਹਨਾਂ ਨੇ ਸਾਰੀਆਂ ਧਾਰਾਵਾਂ ਲਾਤੀਆਂ, ਲੇਕਿਨ ਜਿਹੜੀ ਕੁਤਾਹੀ ਹੋਈ, ਕਿਉਂ ਲੇਟ ਹੋਇਆ, ਐਫਆਈਆਰ ਕਿੱਦਾਂ ਹੋਈ, ਉਹਦੇ ਅਸੀਂ ਕੁਐਸਚਨ ਆਨਸਰ ਕੀਤੇ ਸੀਗੇ। ਵੀ ਵਿਲ ਫਿਕਸ ਦ ਰਿਸਪੌਂਸਿਬਿਲਿਟੀਜ਼। ਅਦਰਵਾਈਜ਼ ਹੁਣ ਤੱਕ ਤਾਂ ਉਹਨਾਂ ਨੇ ਸਭ ਕੁਝ ਠੀਕ ਕਰਤਾ ਹੈ, ਲੇਕਿਨ ਲੇਟ ਕਿਉਂ ਹੋਈ ਔਰ ਉਹਦੀ ਰਿਸਪੌਂਸਿਬਿਲਿਟੀ ਫਿਕਸ ਕਰੇਗੀ ਕਮਿਸ਼ਨ ਕਰੇਗਾ। ਇੱਕ ਕਰਕੇ ਪਲੀਜ਼। ਦੇਖੋ, ਉਹਦੇ ਵਿੱਚ ਪੁਲਿਸ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ ਹੈ। ਉਹ ਅਸੀਂ ਸਮੇਂ-ਸਮੇਂ 'ਤੇ ਕਮਿਸ਼ਨ ਜਿਹੜਾ ਆਰਡਰ ਕਰਦਾ ਹੈ ਕਿ ਪੁਲਿਸ ਦੇ ਅਵੇਅਰਨੈਸ ਕੈਂਪਸ ਲਗਾਏ ਜਾਣ ਔਰ ਕਰਦਾ ਵੀ, ਅਸੀਂ ਪਾਰਟਿਸਿਪੇਟ ਵੀ ਕਰਦੇ ਹਾਂ। ਉਸ ਦੇ ਕਰਨ ਦੇ ਬਾਵਜੂਦ ਵੀ ਸ਼ਾਇਦ ਪੁਲਿਸ ਦੀ ਪ੍ਰਾਇੋਰਟੀ ਨਹੀਂ ਹੈ। ਪੁਲਿਸ ਦੀ ਪ੍ਰਾਇੋਰਟੀ ਹੀ ਕ੍ਰਾਈਮ ਵੱਲ ਹੈ, ਇਸ ਵੱਲ ਨਹੀਂ ਹੈ। ਜਿਹੜੇ ਜੁਵੈਨਲ ਜਸਟਿਸ ਐਕਟ ਹੈ ਜਾਂ ਪੋਕਸੋ ਹੈ, ਉਹਦੀ ਕਿੰਨੀਆਂ ਟ੍ਰੇਨਿੰਗ ਕਰਾ ਚੁੱਕੇ ਹਾਂ ਆਪਾਂ ਔਰ ਉਹ ਹੁੰਦੀਆਂ ਵੀ ਹੈ, ਲੇਕਿਨ ਉਹਦੇ ਹੋਣ ਦੇ ਬਾਵਜੂਦ ਵੀ ਦੇ ਡੋਂਟ ਵਾਂਟ ਟੂ ਲਰਨ। ਮੈਂ ਤਾਂ ਇਹੀ ਕਹੂੰਗਾ ਰਿਸਪੌਂਸਿਬਿਲਿਟੀ ਫਿਕਸ ਹੋਏਗੀ, ਐਫਆਈਆਰ 'ਚ ਵੀ ਹੋ ਰਹੀਆਂ, ਆਪਣੇ ਆਪ ਹੀ ਫਿਰ ਉਹਨਾਂ ਨੂੰ ਸਮਝ ਆਏਗੀ। Excuse me. First, why the police has not arrested the SHO Bhushan Kumar? The past two have been very serious. First, and second, what the department is going to do or not? It is very serious. It has cognizance has been taken that why the Mr. Bhushan has not been arrested, and we have also looked into the CDR files. They are trying. We have ordered them to register to arrest Bhushan as early as possible, and which they have made a sit. Sit will report to the commission, and I'm sure that Bhushan will be arrested very soon. And second, what the department is going to dismiss him or elaborate? Yes, it will be taken. We have already told them to write to the department, and they have already written to the DIG to dismiss. As DIG is the officers of is the officer of all NGOs, so he has the power to dismiss the NGO. GCO. It is too late. 14 साल के बच्चे सुप्रीम कोर्ट ने गाइडलाइंस है, विद इमीडिएट विद सेकंड्स एफआईआर दे। ये कोई कला एसएचओ रिस्पांसिबल है, कोई होल Whole team is responsible. Whole district is responsible. Whole state is responsible, I must say.
district is responsible for state. Yes, because it is our responsibility to uphold the provisions of our constitution, of the law. The person will have to be, that person will have to be pinpointed. We can't remove everyone for this. So this is a matter of investigation. You know, we cannot. The commission is not an investigating body. We'll just overlook the things how they are doing. If we are not satisfied, we will again write to the concerned. ਸੀਐਮ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਗੁਜਰਾਤ ਵਿਖੇ ਪਹੁੰਚਿਆ ਗਿਆ। ਗੁਜਰਾਤ ਪਹੁੰਚਣ ਤੋਂ ਬਾਅਦ ਇਹਨਾਂ ਵੱਲੋਂ ਕਿਸਾਨ ਮਹਾਪੰਚਾਇਤ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਗਿਆ ਅਤੇ ਮਹਾਪੰਚਾਇਤ ਜਿਹੜਾ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਸਾਨਾਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। आज की इस बहुत ही बड़ी, बहुत ही विशाल महापंचायत जो किसानों ने खुद आयोजित किया, उसमें इतनी बड़ी, इतनी भारी संख्या में पहुंचने के लिए आप सबका धन्यवाद। एक एक कदम आपका चला हुआ हमारे सर माथे पर। आज जुल्म के खिलाफ आपका इतनी भारी संख्या में इकट्ठे होना इस बात का संकेत है कि आप लोग अपने हकों के लिए लड़ना जानते हैं, अपने हक मांगना जानते हैं, और कहा तो यहां तक जाता है कि हक मांगे नहीं जाते, हक छीनने पड़ते हैं। अरविंद केजरीवाल जी पहुंचे हैं, हमारे एमएलए साहबान जो गुजरात से हैं वो बैठे हैं, भाई ईशुदान बैठे हैं, पूरी टीम बैठी है गुजरात की, और इतनी भारी संख्या में खुद ब खुद चल के आना, ये तो एक नई कहानी के संकेत लग रहे हैं मुझे। ये नई कहानी लिखने वाले हो आप लोग। और जितने जुल्म ये सरकार कर रही है भाजपा की, यहां पे जितने जुल्म कर रही है उनका एक एक जुल्म का हिसाब देना पड़ेगा। ये पर्चे कर रहे हैं, ये पर्चे कर रहे हैं, किसानों पर जेल में डाल रहे हैं। अरे कितने कर लोगे? आपके पर्चे खत्म हो जाएंगे, बंदे खत्म नहीं होंगे। पर्चे कर रहे हैं, इनको लगता है ऐसे दबा लेंगे, ऐसे नहीं चलेगा। जब किसान जो होता है ना वो अन्नदाता होता है। मैं किसान की धरती से आता हूं, पंजाब से आता हूं। पंजाब जो है 180 लाख मीट्रिक टन से ज्यादा चावल देता है देश को, 125 लाख मीट्रिक टन से ज्यादा गेहूं देता है, सरसों देता है, कपास देता है, बाजरा देता है, अरहर देता है, मूंग की दाल, मसर की दाल, गन्ना, सब फसलें पंजाब में होते हैं। हम देश का पेट पालने वाले लोग हैं, और अगर हमारे साथ कोई ज्यादती करते हैं तो ऐसा सबक किसान सिखाते हैं कि ये खुद धरती पे आते हैं, क्योंकि किसान धरती से जुड़ा होता है, उसको दूसरों को भी धरती पर उतारना आता है कि आ जाओ धरती पर। क्योंकि लोकतंत्र है, लोकतंत्र में जब चाहें आदमी अर्श पर, अर्श हो गया आसमान, लोकतंत्र में लोग चाहें तो आदमी अर्श पर, और वहां जाके वो हंकार करे, उसमें घमंड आ जाए तो लोग कहते हैं आजा बेटा फर्श पर, नीचे भी उतार लेते हैं। तो इनके फर्श वाले दिन चालू हो गए हैं। माएं बहनें बैठी हैं, इनको पता है चूल्हा कैसे चलाना है इस महंगाई के दौर में। मैं 10 साल हो गए, आज के दिन भी आया था, 31 अक्टूबर 2015 को भी मैं आया था, तब मैं एमपी था, मैं पंजाब से एमपी था। तब भी किसानों के एक धरने में मैं आया था। 10 साल हो गए, मुझे कुछ भी बदला नजर नहीं आया। आज हम राजकोट से बाई रोड आए हैं, सड़क पे आए हैं। मैंने सड़क में गड्ढे देखे थे, लेकिन गड्ढों में सड़क पहली बार देखते हैं गुजरात में आके। सड़कें नहीं बन रही इनसे, कोई किसानों को फसल का भाव नहीं मिल रहा। अभी बेमौसमी बरसात हो गई, उसका कोई पैसा मुआवजे में नहीं दे रहे। किसान कहां जाएगा? किस्मत पे छोड़ दिया क्या?
कि अपनी किस्मत पे छोड़ दिया किसान को, मरो खपो क्या लेना किसी ने। भाई साहब पंजाब में बाढ़ आई, हमारे यहां नुकसान हुआ, 5 लाख एकड़ हमारी फसल बर्बाद हुई। हम 50,000 रुपया 1 हेक्टेयर का, यानी कि 1 एकड़ का 20,000 रुपए हम दे रहे हैं और महीने में 1 महीने में हमने देना शुरू कर दिया पैसा। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਅੰਮ੍ਰਿਤਸਰ ਦੇ ਵਿੱਚ ਹੋਈ ਗੋਲੀਬਾਰੀ ਅਤੇ ਇੱਕ ਨੌਜਵਾਨ ਜ਼ਖਮੀ। ਆਵਾਰਾ ਕੁੱਤਿਆਂ ਦੇ ਮਾਮਲੇ 'ਚ ਹੁਣ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਜਾਰੀ। ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪੰਜਾਬ ਪੁਲਿਸ ਨੂੰ ਹੁਣ ਭੂਸ਼ਣ ਕੁਮਾਰ ਨੂੰ ਅਰੈਸਟ ਕਰਨ ਦੇ ਹੁਕਮ ਜਾਰੀ। ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।